ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਦੀ। ਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਅੱਜ ਦੇ ਸਮੇਂ ਦੇ ਲਈ, ਅੱਜ ਦੇ ਦਿਨ ਦੇ ਲਈ ਪਰਮੇਸ਼ਰ ਨੇ ਅੱਜ ਤੱਕ ਸਾਨੂੰ ਸੰਭਾਲ ਕੇ ਰੱਖਿਆ, ਸਾਨੂੰ ਸਹੀ ਸਲਾਮਤ ਰੱਖਿਆ। ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਉਹਦੀ ਦਇਆ ਨਿੱਤ ਹਮੇਸ਼ਾ ਬਣੀ ਰਹਿੰਦੀ ਹੈ। ਹਾਲੇਲੂਇਆ। ਤੇ ਜੋ ਅਸੀਂ ਬੀਤ ਚੁੱਕੇ ਟਾਈਮ ਦੇ ਵਿੱਚ ਦੇਖਿਆ ਸੀਗਾ, ਪਰਮੇਸ਼ਰ ਕਿਹਨਾਂ ਚੀਜ਼ਾਂ ਨੂੰ ਘਿਰਨਾ ਕਰਦਾ ਹੈ, ਕਿਹੜੀਆਂ ਚੀਜ਼ਾਂ ਪਰਮੇਸ਼ਰ ਨੂੰ ਪਸੰਦ ਹੈ, ਕਿਹੜੀਆਂ ਨਹੀਂ ਪਸੰਦ ਹੈ। ਤੇ ਜਿਹੜਾ ਅਸੀਂ ਨੀਤੀ ਵਚਨ ਉਹਦਾ 6ਵਾਂ ਅਧਿਆਇ ਉਹਦੀ 16 ਤੋਂ ਲੈ ਕੇ 19 ਵਰਸ ਦੇ ਵਿੱਚ ਦੇਖਿਆ ਸੀਗਾ ਕਿ ਪਰਮੇਸ਼ਰ ਨੂੰ ਕਿਹੜੀਆਂ ਚੀਜ਼ਾਂ ਪਸੰਦ ਹੈ ਤੇ ਕਿਹੜੀਆਂ ਨਾ ਪਸੰਦ ਹੈ, ਜਿਹਦੇ ਵਿੱਚੋਂ ਅਸੀਂ ਇੱਕ ਨੰਬਰ ਇੱਕ ਗੱਲ ਨੂੰ ਦੇਖਿਆ ਸੀਗਾ ਜਿਹੜਾ 17 ਆਇਤ ਦੇ ਵਿੱਚ ਮਿਲਦਾ ਆ, ਘਮੰਡ ਸੇ ਚੜੀ ਹੋਈਆਂ ਅੱਖਾਂ। ਪਰਮੇਸ਼ਰ ਉਹਨਾਂ ਅੱਖਾਂ ਨੂੰ ਪਸੰਦ ਨਹੀਂ ਕਰਦਾ ਜਿਹੜੀਆਂ ਘਮੰਡ ਦੇ ਨਾਲ ਚੜੀਆਂ ਹੋਈਆਂ। ਇਸ ਅਸੀਂ ਦੇਖ ਚੁੱਕੇ ਹਾਂ। ਤੇ ਅੱਜ ਅਸੀਂ ਦੂਸਰਾ ਪੁਆਇੰਟ ਦੇਖਾਂਗੇ, ਜਿਹੜਾ ਅੱਗੇ ਪਰਮੇਸ਼ਰ ਕੀ ਕਹਿੰਦਾ ਹੈ, ਅੱਗੇ ਹੋਰ ਕਿਹੜੀਆਂ ਚੀਜ਼ਾਂ ਪਰਮੇਸ਼ਰ ਨੂੰ ਪਸੰਦ ਨਹੀਂ ਹੈਗੀਆਂ। ਝੂਠ ਬੋਲਣੇ ਵਾਲੀ ਜੀਭ। ਨੰਬਰ ਦੂਸਰੇ ਜਿਹੜਾ ਪੁਆਇੰਟ ਹੈ ਆਉਂਦਾ ਹੈ ਝੂਠ ਬੋਲਣੇ ਵਾਲੀ ਜੀਭ। ਹਾਲੇਲੂਇਆ। ਇਹ ਜੀਭ ਜਿਹੜੀ ਹੈ ਜਿਸ ਦੇ ਨਾਲ ਅਸੀਂ ਝੂਠ ਬੋਲਦੇ ਹਾਂ, ਪਰਮੇਸ਼ਰ ਨੂੰ ਇਹ ਪਸੰਦ ਨਹੀਂ। ਝੂਠ ਬੋਲਣ ਵਾਲੀ ਜੀਭ ਪਸੰਦ ਨਹੀਂ ਹੈਗੀ ਪਰਮੇਸ਼ਰ ਨੂੰ। ਹਾਲੇਲੂਇਆ। ਜੀਭ ਬਣਾਈ ਕਿਹਨੇ ਆ? ਪਰਮੇਸ਼ਰ ਨੇ। ਹਾਲੇਲੂਇਆ। ਜੀਭ ਖਰਾਬ ਨਹੀਂ, ਜਿਹੜਾ ਅੰਗ ਪਰਮੇਸ਼ਰ ਨੇ ਬਣਾਇਆ ਉਹ ਅੰਗ ਖਰਾਬ ਨਹੀਂ, ਜੀਭ ਖਰਾਬ ਨਹੀਂ। ਪਰਮੇਸ਼ਰ ਜਿਹੜਾ ਅਸੀਂ ਇਸ ਜੀਭ ਦੇ ਨਾਲ ਝੂਠ ਬੋਲਦੇ ਹਾਂ, ਚਾਹੇ ਇਨਸਾਨਾਂ ਦੇ ਨਾਲ ਬੋਲਦੇ ਹਾਂ, ਚਾਹੇ ਆਪਣੇ ਕਿਸੇ ਬਾਹਰਲੇ ਨਾਲ ਬੋਲਦੇ ਹਾਂ, ਚਾਹੇ ਅਸੀਂ ਘਰ ਦੇ ਵਿੱਚ ਝੂਠ ਬੋਲਦੇ ਹਾਂ, ਚਾਹੇ ਅਸੀਂ ਆਪਣੇ ਕੰਮਕਾਰ ਦੇ ਵਿੱਚ ਝੂਠ ਬੋਲਦੇ ਹਾਂ, ਚਾਹੇ ਪੈਸੇ ਲਈ ਝੂਠ ਬੋਲਦੇ ਹਾਂ। ਤੇ ਬਹੁਤ ਸਾਰੇ ਲੋਕ ਤਾਂ ਇੱਦਾਂ ਦੇ ਵੀ ਕਿ ਝੂਠੀਆਂ ਗਵਾਹੀਆਂ ਵੀ ਦਿੰਦੇ ਆ। ਹਾਲੇਲੂਇਆ। ਤੇ ਪਰਮੇਸ਼ਰ ਝੂਠ ਨੂੰ ਕੀ ਕਰਦਾ ਆ? ਘਿਰਨਾ ਕਰਦਾ ਆ। ਹਾਲੇਲੂਇਆ। ਮੈਂ ਦੁਬਾਰਾ ਤੁਹਾਨੂੰ 16 ਵਰਸ ਤੁਹਾਡੇ ਲਈ ਇੱਕ ਵਾਰ ਫਿਰ पढ़ाऊंगा। 6 वस्तुओं से यहोवा वह रखता है वरना 7 है जिनसे वह घृणा करता है। 7 ਗੱਲਾਂ ਨਾਲ ਪਰਮੇਸ਼ਰ ਘਿਰਨਾ ਕਰਦਾ। ਘਮੰਡ ਨਾਲ ਚੜੀ ਹੋਈਆਂ ਅੱਖਾਂ ਤੇ ਝੂਠ ਬੋਲਣ ਵਾਲੀ ਜੀਭ। ਝੂਠ ਬੋਲਣ ਵਾਲੀ ਜੀਭ ਨਾਲ ਪਰਮੇਸ਼ਰ ਕੀ ਕਰਦਾ ਆ? ਘਿਰਨਾ ਕਰਦਾ ਆ। ਇੱਕ ਸੋਚਣ ਵਾਲੀ ਗੱਲ ਹੈ, ਜਿਹੜੀ ਜੀਭ ਝੂਠ ਬੋਲਦੀ ਹੈ, ਪਰਮੇਸ਼ਰ ਉਸ ਜੀਭ ਦੇ ਨਾਲ ਫਿਰ ਕੀ ਕਰਦਾ ਆ? ਜਿਹੜਾ ਇਨਸਾਨ ਝੂਠ ਬੋਲਦਾ ਰਹਿੰਦਾ ਉਹਨੂੰ ਆਦਤ ਪੈ ਜਾਂਦੀ ਹੈ ਝੂਠ ਬੋਲਣ ਦੀ, ਉਹ ਫਿਰ ਚਾਹ ਕੇ ਵੀ ਸੱਚ ਨਹੀਂ ਬੋਲਦਾ ਹੈਗਾ। ਹਾਲੇਲੂਇਆ। ਜੇ ਝੂਠ ਬੋਲਣ ਵਾਲੀ ਜੀਭ ਤੋਂ ਕੀ ਨੁਕਸਾਨ ਹੁੰਦਾ ਅੱਜ ਦੇਖਾਂਗੇ ਅਸੀਂ ਬਚਨ ਦੇ ਵਿੱਚੋਂ। ਜਦੋਂ ਅਸੀਂ ਬਾਈਬਲ ਦੇ ਵਿੱਚੋਂ ਦੇਖਦੇ ਹਾਂ ਕਿ ਬਾਈਬਲ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਝੂਠ ਬੋਲਿਆ। ਜਦੋਂ ਅਸੀਂ ਪ੍ਰੇਰਿਤੋਂ ਦੇ ਕੰਮਾਂ ਦੇ ਵਿੱਚ ਹਨਨਿਆ ਤੇ ਸਫੀਰਾ ਦੇ ਬਾਰੇ ਦੇਖਦੇ ਹਾਂ, ਪ੍ਰੇਰਿਤੋਂ ਦੇ ਕੰਮ ਦੇ ਵਿੱਚ ਜਦੋਂ ਹਨਨਿਆ ਤੇ ਸਫੀਰਾ ਦੇਖਦੇ ਹਾਂ ਤੇ ਹਨਨਿਆ ਦੀ ਸਫੀਰਾ ਦੀ ਸਟੋਰੀ ਪੜ੍ਹਦੇ ਹਾਂ ਤਾਂ ਕੀ ਹੁੰਦਾ? ਜਿਹੜੇ ਹਨਨਿਆ ਤੇ ਸਫੀਰਾ ਆ ਉਹ ਝੂਠ ਬੋਲਦੇ ਆ। ਹਾਲੇਲੂਇਆ। ਜਦੋਂ ਉਹ ਝੂਠ ਬੋਲਦੇ ਆ ਤਾਂ ਕੀ ਹੁੰਦਾ ਕਿ ਜਦੋਂ ਹਨਨਿਆ ਤੇ ਸਫੀਰਾ ਪਤਰਸ ਦੇ ਨਾਲ ਕੀ ਕਰਦੇ ਆ? ਪਰਮੇਸ਼ਰ ਦੇ ਸੇਵਕ ਦੇ ਨਾਲ ਝੂਠ ਬੋਲਦੇ ਆ। ਇਸ ਸਟੋਰੀ ਨੂੰ ਤੁਸੀਂ ਪੜ੍ਹ ਲੈਣਾ। ਇਹ ਸਟੋਰੀ ਸਾਨੂੰ ਪ੍ਰੇਰਿਤੋਂ ਦੇ ਕੰਮ ਰਸੂਲਾਂ ਦੇ ਕਿਤਾਬ ਦੇ ਵਿੱਚ ਉਹਦਾ 5ਵੇਂ ਅਧਿਆਇ ਦੇ ਵਿੱਚ ਮਿਲਦੀ ਆ। ਜਦੋਂ ਹਨਨਿਆ ਤੇ ਸਫੀਰਾ ਜਿਹੜੇ ਦੋਨੋਂ ਪਤੀ ਪਤਨੀ ਸੀਗੇ ਤਾਂ ਉਹਨਾਂ ਨੇ ਕੀ ਕੀਤਾ? ਪਰਮੇਸ਼ਰ ਦੇ ਸੇਵਕਾਂ ਦੇ ਨਾਲ ਝੂਠ ਬੋਲਿਆ। ਹਾਲੇਲੂਇਆ। ਤੇ ਉਹ ਦੋਨੋਂ ਮਾਰੇ ਗਏ। ਇਸ ਸਟੋਰੀ ਨੂੰ ਤੁਸੀਂ ਡਿਟੇਲ ਦੇ ਵਿੱਚ ਪੜ੍ਹ ਸਕਦੇ ਆ। ਜਦੋਂ ਹਨਨਿਆ ਦੇ ਪਤੀ ਨੇ ਬੋਲਿਆ, ਸਫੀਰਾ ਨੇ ਬੋਲਿਆ, ਦੋਨਾਂ ਨੇ ਝੂਠ ਬੋਲਿਆ ਤਾਂ ਦੋਨੋਂ ਦੇ ਦੋਨੋਂ ਕੀ ਹੋ ਗਏ? ਖਤਮ ਹੋ ਗਏ। ਹਾਲੇਲੂਇਆ। ਤੇ ਪਰਮੇਸ਼ਰ ਵੀ ਘਿਰਨਾ ਕਰਦਾ ਆ। ਓਲਡ ਟੈਸਟਮੈਂਟ ਦੇ ਵਿੱਚ ਵੀ ਘਿਰਨਾ ਕਰਦਾ ਸੀਗਾ ਤੇ ਨਿਊ ਟੈਸਟਮੈਂਟ ਦੇ ਵਿੱਚ ਵੀ ਪਰਮੇਸ਼ਰ ਘਿਰਨਾ ਕਰਦਾ ਆ। ਹਾਲੇਲੂਇਆ। ਸਾਨੂੰ ਹਮੇਸ਼ਾ ਸੱਚ ਬੋਲਣ ਦੀ ਜ਼ਰੂਰਤ ਹੈ। ਇੱਕ ਸੋਚਣ ਵਾਲੀ ਗੱਲ ਹੈ, ਅਗਰ ਪਰਮੇਸ਼ਰ ਨੇ ਇਹ ਜੀਭ ਬਣਾਈ ਆ, ਅਗਰ ਇਸ ਜੀਭ ਦੇ ਦੁਆਰਾ ਅਸੀਂ ਝੂਠ ਬੋਲਦੇ ਹਾਂ ਤਾਂ ਪਰਮੇਸ਼ਰ ਇਸ ਜੀਭ ਨੂੰ ਕੀ ਕਰੇਗਾ? ਘਿਰਨਾ ਕਰੇਗਾ। ਤੇ ਫਿਰ ਇਸ ਜੀਭ ਦੇ ਦੁਆਰਾ ਹੋਣ ਵਾਲੀਆਂ ਪ੍ਰਾਰਥਨਾ ਨੂੰ ਕੀ ਪਰਮੇਸ਼ਰ ਸੁਣੇਗਾ? ਤੁਸੀਂ ਸੋਚ ਕੇ ਦੇਖੋ। ਅਗਰ ਇਸ ਜੀਭ ਨੂੰ ਜਿਸ ਦੇ ਨਾਲ ਅਸੀਂ ਝੂਠ ਬੋਲਦੇ ਹਾਂ, ਅਗਰ ਤੁਸੀਂ ਝੂਠ ਬੋਲਦੇ ਆ, ਉਸੇ ਜੀਭ ਦੇ ਨਾਲ ਤੁਸੀਂ ਪ੍ਰਾਰਥਨਾ ਕਰਦੇ ਆ, ਕੀ ਪਰਮੇਸ਼ਰ ਉਸ ਪ੍ਰਾਰਥਨਾ ਨੂੰ ਸੁਣੇਗਾ? ਕਿ ਤੁਸੀਂ ਬਿਮਾਰਾਂ ਲਈ ਪ੍ਰਾਰਥਨਾ ਕਰਦੇ, ਕਿਸੇ ਲਈ ਚੀਜ਼ ਲਈ ਪ੍ਰਾਰਥਨਾ ਕਰਦੇ ਆ, ਕੋਈ ਵੀ ਪ੍ਰੋਬਲਮ ਹੈ, ਕੋਈ ਸਮੱਸਿਆ ਆਪਣੀ ਜੀਵਨ ਦੇ ਲਈ ਪ੍ਰਾਰਥਨਾ ਕਰਦੇ ਆ, ਕੀ ਪਰਮੇਸ਼ਰ ਉਸ ਪ੍ਰਾਰਥਨਾ ਨੂੰ ਸੁਣੇਗਾ? ਅਗਰ ਪਰਮੇਸ਼ਰ ਇਸ ਜੀਵ ਦੇ ਨਾਲ ਘਿਰਨਾ ਕਰਦਾ ਹੈ ਤੇ ਉਸ ਜੀਵ ਤੋਂ ਹੋਣ ਵਾਲੀਆਂ ਪ੍ਰਾਰਥਨਾ ਨੂੰ ਪਰਮੇਸ਼ਰ ਫਿਰ ਸੁਣੇਗਾ
नहीं सुनेगा। ਤੁਸੀਂ ਜਿੰਨੀਆਂ ਮਰਜ਼ੀ ਪ੍ਰਾਰਥਨਾ ਕਰੀ ਜਾਓ, ਜਿੰਨੇ ਕਹਿੰਦੇ ਨੇ ਕਿ ਸਾਡੀਆਂ ਪ੍ਰਾਰਥਨਾ ਸੁਣੀਆਂ ਨਹੀਂ ਜਾਂਦੀਆਂ, ਕਿ ਮੈਂ ਬੜੀ ਪ੍ਰਾਰਥਨਾ ਕਰਦੀ ਹਾਂ, ਬਹੁਤਿਆਂ ਦੀਆਂ ਸਮੱਸਿਆਵਾਂ ਹੁੰਦੀਆਂ ਆ ਕਿ ਅਸੀਂ ਬੜੀਆਂ ਪ੍ਰਾਰਥਨਾ ਕਰਦੇ ਹਾਂ, ਕਾਰਨ ਇਹੀ ਆ ਫਿਰ ਜਿਹੜੀਆਂ ਨਹੀਂ ਸੁਣੀਆਂ ਜਾਂਦੀਆਂ। ਪਿਛਲੇ ਬੀਤ ਚੁੱਕੇ ਮੈਂ ਟਾਈਮ ਦੇ ਵਿੱਚ ਵੀ ਦੱਸ ਚੁੱਕਾ ਸਾਡੀਆਂ ਪ੍ਰਾਰਥਨਾ ਕਿਉਂ ਨਹੀਂ ਸੁਣੀਆਂ ਜਾਂਦੀਆਂ। ਇਹ ਵੀ ਇੱਕ ਵਿਸ਼ਾ ਆ ਕਿ ਜੇ ਅਸੀਂ ਝੂਠ ਬੋਲਦੇ ਹਾਂ ਤੇ ਪਰਮੇਸ਼ਰ ਤਾਂ ਉਸ ਜੀਵ ਨਾਲ ਘਿਰਨਾ ਕਰਦਾ। ਪਰਮੇਸ਼ਰ ਦਾ ਵਚਨ ਕਹਿੰਦਾ ਕਿ ਮੈਂ ਉਸ ਜੀਵ ਨਾਲ ਘਿਰਨਾ ਕਰਦਾ ਹਾਂ, ਨਫ਼ਰਤ ਕਰਦਾ ਉਸ ਜੀਵ ਦੇ ਨਾਲ। ਤੇ ਫਿਰ ਉਸ ਜੀਵ ਤੋਂ ਹੋਣ ਵਾਲੀ ਖੁਦਾ ਦੀ ਪ੍ਰਸਤੁਤ ਮਹਿਮਾ ਵੀ, ਅਗਰ ਉਸ ਜੀਵ ਦੇ ਨਾਲ ਤੁਸੀਂ ਖੁਦਾ ਦੀ ਵਡਿਆਈ ਕਰਦੇ ਆ, ਪ੍ਰਸਤੁਤ ਕਰਦੇ ਆ, ਉਹਦੀ ਸਤੂਤੀ ਕਰਦੇ ਆ, ਪਰਮੇਸ਼ਰ ਉਸ ਸਤੂਤੀ ਤੋਂ ਵੀ ਪ੍ਰਸੰਨ ਨਹੀਂ ਹੋਣ ਵਾਲਾ। ਜਿੰਨੇ ਮਰਜ਼ੀ ਜਕਾਰੇ ਲਾਈ ਜਾਓ, ਫਿਰ ਸੱਚ ਨੂੰ ਫੜੋ। ਯਿਸੂ ਮਸੀਹ ਕੀ ਆ? ਸੱਚ। ਯਿਸੂ ਮਸੀਹ ਕਹਿੰਦਾ ਤੁਸੀਂ ਸੱਚ ਨੂੰ ਜਾਣੋਗੇ ਤਾਂ ਸੱਚ ਤੁਹਾਨੂੰ ਕੀ ਕਰੂੰਗਾ? ਆਜ਼ਾਦ ਕਰੂੰਗਾ। ਹਾਲੇਲੂਇਆ। ਤੁਸੀਂ ਇੱਕ ਆਪਣਾ ਝੂਠ ਛੁਪਾਉਣ ਦੇ ਲਈ 100 ਝੂਠ ਬੋਲਦੇ ਆ। ਅਗਰ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਇੱਥੇ ਝੂਠ ਬੋਲਣ ਵਾਲਾ, ਨਾ ਬੋਲ ਲਓ ਝੂਠ, ਚੁੱਪ ਰਹੋ। ਝੂਠ ਬੋਲਣ ਨਾਲੋਂ ਚੰਗਾ ਕੀ ਹੈ? ਚੁੱਪ ਰਹਿ ਜਾਓ। ਹਾਲੇਲੂਇਆ। ਪਰਮੇਸ਼ਰ ਉਸ ਜੀਵ ਨੂੰ ਕੀ ਕਰਦਾ ਆ? ਘਿਰਨਾ ਕਰਦਾ ਆ। ਹਾਲੇਲੂਇਆ। ਹਨਨਿਆ ਤੇ ਸਫੀਰਾ ਵੀ ਪਤਰਸ ਨਾਲ ਝੂਠ ਬੋਲੇ। ਜਦੋਂ ਸਟੋਰੀ ਨੂੰ ਤੁਸੀਂ ਪੜ੍ਹੋਗੇ ਤੁਹਾਨੂੰ ਪਤਾ ਲੱਗ ਜਾਣਾ, ਕਾਫੀ ਥੋੜੀ ਲੰਬੀ ਆ ਸਟੋਰੀ। ਤੇ ਉਹ ਦੋਨੇ ਕੀ ਹੋ ਗਏ? ਖਤਮ ਹੋ ਗਏ। ਉਹ ਕਾਹਦੇ ਲਈ ਝੂਠ ਬੋਲੇ ਸੀਗੇ? ਉਹ ਪੈਸੇ ਦੇ ਪਿੱਛੇ ਝੂਠ ਬੋਲ ਪਏ ਸੀਗੇ। ਲਾਲਚ ਕੀਤਾ ਸੀਗਾ ਉਹਨਾਂ ਦੋਨਾਂ ਨੇ ਪਤਰਸ ਦੇ ਨਾਲ। ਪਰਮੇਸ਼ਰ ਕਹਿੰਦਾ, ਪਤਰਸ ਕਹਿੰਦਾ ਤੁਸੀਂ ਮੇਰੇ ਨਾਲ ਨਹੀਂ ਬਲਕਿ ਪਵਿੱਤਰ ਆਤਮਾ ਦੇ ਨਾਲ ਝੂਠ ਬੋਲਿਆ ਆ। ਹਾਲੇਲੂਇਆ। ਜਦੋਂ ਤੁਸੀਂ ਝੂਠ ਬੋਲਦੇ ਆ ਖੁਦਾ ਦੇ ਸੇਵਕਾਂ ਦੇ ਨਾਲ ਵੀ, ਚਾਹੇ ਇਹ ਨਹੀਂ ਕਿ ਇਕੱਲਾ ਖੁਦਾ ਦੇ ਸੇਵਕਾਂ ਨਾਲ ਸੱਚ ਬੋਲਣਾ, ਬਾਕੀ ਸਾਰੇ ਪਾਸੇ ਝੂਠ ਨਹੀਂ, ਸੱਚ ਬੋਲਣਾ ਹਮੇਸ਼ਾ। ਹਾਲੇਲੂਇਆ। ਪਰਮੇਸ਼ਰ ਜਾਣਦਾ ਆ ਤੁਸੀਂ ਕੀ ਕਰਦੇ ਆ। ਜਦੋਂ ਤੁਸੀਂ ਸੱਚ ਬੋਲੋਗੇ, ਪਰਮੇਸ਼ਰ ਫਿਰ ਤੁਹਾਡੀਆਂ ਪ੍ਰਾਰਥਨਾ ਨੂੰ ਵੀ ਸੁਣੇਗਾ, ਤੁਹਾਡੀ ਸਤੂਤੀ ਤੋਂ ਵੀ ਪ੍ਰਸੰਨ ਹੋਏਗਾ। ਪਰਮੇਸ਼ਰ ਤੁਹਾਨੂੰ ਫਿਰ ਬਲੈਸ ਕਰੇਗਾ। ਹਾਲੇਲੂਇਆ। ਅਗਰ ਤੁਸੀਂ ਝੂਠ ਬੋਲਦੇ ਆ ਤਾਂ ਅੱਜ ਮੰਨ ਲਈਏ ਖੁਦਾ ਦੇ ਅੱਗੇ, ਪ੍ਰਭੂ ਕਿ ਮੈਂ ਅੱਜ ਤੋਂ ਬਾਅਦ ਸੱਚ ਬੋਲਾਂਗਾ, ਝੂਠ ਨਹੀਂ ਬੋਲਾਂਗਾ, ਤੂੰ ਮੇਰੀ ਪ੍ਰਾਰਥਨਾ ਨੂੰ ਸੁਣ। ਮੈਂ ਕਿਹਾ ਸੁਣੇਗਾ। ਤੇ ਫਿਰ ਇਹ ਨਹੀਂ ਕਿ ਖੁਦਾ ਦੇ ਅੱਗੇ ਪ੍ਰਾਰਥਨਾ ਕਰਕੇ ਤੁਸੀਂ ਝੂਠ ਬੋਲਣਾ ਫਿਰ ਸ਼ੁਰੂ ਕਰ ਦਿਓ। ਨਹੀਂ, ਸੱਚ ਬੋਲਣਾ ਆ। ਹੋਰ ਵੀ ਇੱਕ ਐਗਜ਼ਾਮਪਲ ਦੇਵਾਂਗਾ ਮੈਂ ਬਾਈਬਲ ਦੇ ਵਿੱਚੋਂ। ਜਦੋਂ ਤੁਸੀਂ ਜਿਹੜਾ ਅਲੀਸ਼ਾ ਸੀਗਾ, ਅਲੀਸ਼ਾ ਦੇ ਚੇਲਾ ਜਿਹੜਾ ਸੀਗਾ ਗਹੇਜੀ ਨੇ ਵੀ ਝੂਠ ਬੋਲਿਆ ਸੀਗਾ ਅਲੀਸ਼ਾ ਦੇ ਕੋਲ। ਕੀ ਹੋਇਆ ਸੀਗਾ? ਜਦੋਂ ਅਲੀਸ਼ਾ ਦੇ ਕੋਲ ਨਮਾਨ ਕੋੜੀ ਆਇਆ ਸੀਗਾ ਤਾਂ ਕੀ ਹੋਇਆ ਸੀਗਾ? ਨਮਾਨ ਕੋੜੀ ਨੇ ਅਲੀਸ਼ਾ ਨੂੰ ਕੁਝ ਭੇਟ ਪੈਸਾ ਦੇਣਾ ਚਾਹਿਆ, ਉਸਨੂੰ ਉਪਹਾਰ ਦੇਣੇ ਚਾਹੇ, ਸੋਨਾ ਚਾਂਦੀ ਸਿੱਕੇ ਦੇਣੇ ਚਾਹੇ, ਤਾਂ ਅਲੀਸ਼ਾ ਨੇ ਮਨਾ ਕਰ ਦਿੱਤਾ। ਹਾਲੇਲੂਇਆ। ਤੇ ਜਿਹੜਾ ਨਮਾਨ ਕੋੜੀ ਸੀਗਾ ਉਹ ਜਾ ਕੇ ਜਿਹੜਾ ਸੀਗਾ ਨਮਾਨ ਕੋੜੀ ਨੂੰ ਜਾ ਕੇ ਗਹੇਜੀ ਮਿਲਿਆ। ਤੇ ਉਸ ਗਹੇਜੀ ਨੇ ਕੀ ਕਿਹਾ ਕਿ ਸਾਡੇ ਉੱਥੇ ਕੋਈ ਮਹਿਮਾਨ ਆਇਆ ਆ, ਤੇ ਅਲੀਸ਼ਾ ਦਾ ਨਾਮ ਲਿਆ ਉਸਨੇ ਕਿ ਅਲੀਸ਼ਾ ਨੇ ਮੈਨੂੰ ਭੇਜਿਆ ਆ ਕਿ ਜਾ ਕੇ ਮੈਂ ਤੇਰੇ ਤੋਂ ਜਿਹੜੀਆਂ ਸੁਗਾਤਾਂ ਲੈ ਲਵਾਂ। ਬਹੁਤ ਸੁੰਦਰ ਕੱਪੜੇ ਵੀ ਸੀਗੇ ਤੇ ਬਹੁਤ ਸਾਰੀਆਂ ਉੱਥੇ ਚੀਜ਼ਾਂ ਸੀਗੀਆਂ। ਤੇ ਗਹੇਜੀ ਨੇ ਨਮਾਨ ਕੋੜੀ ਤੋਂ ਕੀ ਲੈ ਲਿਆ? ਉਹ ਸਾਰੀਆਂ ਪੈਸਾ ਪੂਸਾ, ਸਿੱਕੇ, ਜੋ ਵੀ ਸੀਗਾ, ਕੱਪੜੇ ਸੀਗੇ, ਜੋ ਵੀ ਉਹ ਭੇਟਾ ਲੈ ਕੇ ਆਇਆ ਸੀਗਾ, ਆਫਰਿੰਗ ਲੈ ਕੇ ਆਇਆ ਸੀਗਾ, ਉਹ ਸਾਰੀ ਆਫਰਿੰਗ ਉਸਨੇ ਕੀ ਕਰ ਲਈ? ਲੈ ਲਈ ਤੇ ਲਿਜਾ ਕੇ ਘਰ ਦੇ ਵਿੱਚ ਰੱਖ ਲਈ। ਤੇ ਜਦੋਂ ਉਹ ਵਾਪਸ ਅਲੀਸ਼ਾ ਦੇ ਕੋਲ ਆਇਆ ਗਹੇਜੀ, ਤਾਂ ਅਲੀਸ਼ਾ ਨੇ ਪੁੱਛਿਆ ਤੂੰ ਕਿੱਥੋਂ ਆਇਆ ਆ? ਤਾਂ ਉਸਨੇ ਕਿਹਾ, ਕਹਿੰਦਾ ਮੈਂ ਇੱਥੇ ਹੀ ਸੀਗਾ, ਇੱਦਾਂ ਹੀ ਕੋਈ ਕੰਮ ਕੁੰਮ ਗਿਆ ਸੀਗਾ। ਕਹਿੰਦਾ ਤੂੰ ਕਿਉਂ ਝੂਠ ਬੋਲਦਾ ਆ? ਕਿ ਤੂੰ ਪਰਮੇਸ਼ਰ ਦੇ ਆਤਮਾ ਦੇ ਨਾਲ ਕਿਉਂ ਝੂਠ ਬੋਲਦਾ? ਤੂੰ ਪਰਮੇਸ਼ਰ ਦੇ ਨਾਲ ਕਿਉਂ ਝੂਠ ਬੋਲਦਾ ਆ? ਦੇਖ ਹੁਣ ਤੇ ਨਮਾਨ ਜਿਹੜਾ ਕੋੜੀ ਆ, ਉਸਦਾ ਸਾਰਾ ਕੋੜ ਤੇਰੇ ਉੱਤੇ ਆਵੇਗਾ। ਉਸੇ ਸਮੇਂ ਉਹ ਬਰਫ਼ ਦੇ ਵਾਂਗ ਚਿੱਟਾ ਫਿਰ ਗਿਆ ਤੇ ਜਿਹੜਾ ਨਮਾਨ ਕੋੜੀ ਦਾ ਕੋੜ ਸੀਗਾ ਉਹ ਗਹੇਜੀ ਦੇ ਉੱਤੇ ਆ ਗਿਆ। ਹਾਲੇਲੂਇਆ। ਕਿਸ ਕਾਰਨ ਦੇ? ਇੱਕ ਝੂਠ ਬੋਲਣ ਦੇ ਕਾਰਨ। ਹਾਲੇਲੂਇਆ। ਜਦੋਂ ਅਸੀਂ ਝੂਠ ਬੋਲਦੇ ਨਾ, ਸਾਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਕੁਛ ਨਹੀਂ ਹੋਣ ਲੱਗਾ, ਮਾੜਾ ਮੋਟਾ ਜੇ ਝੂਠ ਬੋਲ ਲਿਆ, ਪਰ ਉਸਦਾ ਕਿਤੇ ਨਾ ਕਿਤੇ ਸਾਡੀ ਆਤਮਿਕ ਲਾਈਫ ਤੇ, ਕਿਤੇ ਨਾ ਕਿਤੇ ਸਾਡੇ ਸਰੀਰ ਤੇ, ਕਿਤੇ ਨਾ ਕਿਤੇ ਸਾਡੀ ਸਪਿਰਿਟ ਤੇ ਉਹਦਾ ਪ੍ਰਭਾਵ ਪੈਂਦਾ ਆ। ਹਾਲੇਲੂਇਆ। ਪ੍ਰਭਾਵ ਪੈਂਦਾ ਆ। ਤਾਂ ਹੀ ਪਰਮੇਸ਼ਰ ਦਾ ਵਚਨ ਕਹਿੰਦਾ ਮੈਂ ਝੂਠ ਬੋਲਣ ਵਾਲੀ ਜੀਵ ਨਾਲ ਕੀ ਕਰਦਾ ਆ? ਘਿਰਨਾ ਕਰਦਾ ਆ। ਹਾਲੇਲੂਇਆ। ਮੈਂ ਇੱਕ ਵਚਨ ਪੜਾਂਗਾ ਤੁਹਾਡੇ ਲਈ, ਨੀਤੀ ਵਚਨ, ਉਹਦਾ
12ਵਾਂ ਅਧਿਆਇ ਉਹਦੀ 22 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ, झूठों से यहोवा को घृणा आती है। हालेलुया। ਜਿਹੜੇ ਝੂਠੇ ਮਨੁੱਖ ਹੈ, ਜਿਹੜੇ ਝੂਠ ਬੋਲਦੇ ਆ, ਉਹ ਯਹੋਵਾ ਕੀ ਕਰਦਾ, ਉਹਨਾਂ ਨੂੰ ਘਿਰਨਾ ਕਰਦਾ ਆ। ਕਹਿੰਦਾ ਝੂਠੋਂ ਸੇ ਯਹੋਵਾ ਕੋ ਘਿਰਨਾ ਆਤੀ ਹੈ, ਨਫ਼ਰਤ ਆਉਂਦੀ ਹੈ। ਪਰਮੇਸ਼ਰ ਉਹਨਾਂ ਵੱਲ ਦੇਖਣਾ ਵੀ ਨਹੀਂ ਚਾਹੁੰਦਾ। ਹਾਲੇਲੂਇਆ। ਤੇ ਅੱਜ ਬਹੁਤ ਸਾਰੇ ਲੋਕ ਜਿਹੜੇ ਝੂਠ ਬੋਲਦੇ ਆ, ਚਾਹੇ ਪ੍ਰਭੂ ਦੇ ਵਿੱਚ ਆ ਚੁੱਕਿਆ, ਤੌਬਾ ਕਰ ਚੁੱਕਿਆ, ਬਪਤਿਸਮਾ ਲੈ ਚੁੱਕਿਆ। ਮੈਂ ਕਹਾਂ ਅਗਰ ਤੁਸੀਂ ਸੱਚ ਬੋਲਣਾ ਸ਼ੁਰੂ ਕਰੋਗੇ ਤਾਂ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਉੱਤੇ ਕੀ ਕਰੇਗਾ, ਆਪਣੇ ਕੰਨਾਂ ਨੂੰ ਲਗਾਏਗਾ। ਅਗਰ ਤੁਸੀਂ ਝੂਠ ਬੋਲ ਰਹੇ ਆ ਤਾਂ ਸਮਝ ਲੈਣਾ ਕਿ ਪਰਮੇਸ਼ਰ ਦੇ ਕੰਨ ਤੁਹਾਡੀਆਂ ਪ੍ਰਾਰਥਨਾ ਉੱਤੇ ਨਹੀਂ ਹੈਗੇ। ਹਾਲੇਲੂਇਆ। ਇੱਕ ਮੈਂ ਹੋਰ ਵਚਨ ਪੜਾਂਗਾ, ਪ੍ਰਕਾਸ਼ਿਤ ਵਾਕਿਆ ਉਹਦਾ 22ਵਾਂ ਅਧਿਆਇ ਉਹਦੀ 15 ਆਇਤ ਦੇ ਲਾਸਟ ਦੇ ਵਿੱਚ ਲਿਖਿਆ ਵਾ, ਹਰ ਇੱਕ झूठ का गढ़ने वाला और चाहने वाला और गढ़ने वाला बाहर रहेंगे। परमेश्वर कहता हर एक झूठ का चाहण वाला ते उन्होंने घड़न वाला कित्थों बाहर होंगे, स्वर्ग के राज्य तो की रहोगे, बाहर होंगे। परमेश्वर कहता झूठे जिहड़े आ इंसान झूठ बोलते आ, वो की करनगे, स्वर्ग के राज तो बाहर रहणगे। बहुत सारे लोग झूठियां गवाहियां भी दिंदे आ, झूठियां गवाहियां दिंदे आ की करन दे लई, मशहूर करन दे लई। जिहड़े समझदार उन्होंने समझ जाना है। हुण ज़्यादा मैं डिटेल च नहीं बोलांगा कि मशहूरी करन दे लई। हालेलुया। पर परमेश्वर चाहता कि इंसान जिहड़ा आ सच बोले। हालेलुया। सच बोले। हालेलुया। जदों काइन ते हावल, काइन ने अपने भरा हावल का कतल कर दिता। परमेश्वर ने पूछा तू कित्थों आया, तू की करके आया, तेरा भरा कित्थे? कहना मैं किहड़े जानदा, मैं किहड़े उहदा रखवाला है। वो भी झूठ बोलिया। वो समझदा सी कि परमेश्वर नूं किहड़े पता है। कहना मैं अपने भरा का ठेका लिया वा। परमेश्वर नूं कहंदा, ते परमेश्वर कहंदा देख तेरे भरा का लहू मैनूं खून दे तेरे भरा का लहू मैनूं की करिया, उकारिया बदले लई। हालेलुया। परमेश्वर सब कुछ जानता है। जदों असीं झूठ बोलते हैं तो जदों असीं सच बोलते हैं, तो हमेशा सच बोलीए तो परमेश्वर सानूं की करेगा, बरकत देगा, आशीष देगा। बाइबल कहती है एक सोते तो दो तरह का पानी नहीं निकल सकता। कि एक सोते तो दो तरह का पानी नहीं निकल सकता। अगर नलका घर दे विच लगाया, ऐसा नहीं हो सकता कि वह मिठा पानी देवे तो खारा भी देवे, या तो मिठा दूंगा या तो खारा दूंगा। हालेलुया। तो असी बाइबल कहती है एक जिहड़ा नौकर है दो स्वामियों की सेवा नहीं कर सकता। या तो असी सच बोलांगे या तो असी झूठ बोलांगे। तुसी की करना है वो तुहाडे हत्थ दे विच है। अगर तुसी चाहते हैं परमेश्वर साडी प्रार्थना नूं सुने, साडी प्रार्थना उत्ते कंन नूं लगावे ते सानू साडी जिंदगी दे विच सुधार आवे। अज बहुत सारे लोग इन्ना झूठ बोलते हैं कि फिर उन्हां दी जिंदगी दे विच बहुत सारे लोगों नूं मैं इह जिह जानदा भी हाँ, ते फिर बहुत उन्हां दा काम खराब भी हुंदा आ। ते ओह इन्हां चीज़ां नूं समझ नहीं पाते, चाहे उन्होंने दसी भी जाइए कि तुसीं सच बोलो, सच बोलो, सच बोलो। परमेश्वर तुहाडे पत्तियां आ रही, दुख आ रहे हैं, वो समझते नहीं है कि इंसान। वो झूठ ते झूठ, झूठ ते झूठ। वो कहते साडा गड्डी झूठ ना चलनी है। कहते गड्डी झूठ ना नहीं, बल्कि गड्डी का जी पेट्रोल ते डीजल नाल ही चलनी आ। जिहड़े जीवन की गड्डी आ, अगर झूठ बोलनी आ, मैं तो जिहड़े तुसीं कहंदे ना कि जिहड़े इंसान कहते हैं कि गड्डी जी झूठ ना चलती अजकल, मैं कहना है तुहानूं गड्डी झूठ ना रुकदी है, रुकदी है, हमेशा रुकेगी। इत्थे भी रुक जानी, थोड़े टाइम बाद संसार दे विच उपर तां रुकदी जानी है फिर। हालेलुया। सच बोलिए, सच थानू आज़ाद करेगा, सच थानू छुड़ाएगा। आमीन। तीसरा पॉइंट हैगा, तीसरा पॉइंट, निर्दोष का लहू बहाने वाले हाथ। वो हाथ जिहड़ा निर्दोष का की करदे आ, लहू बहांदे आ। हालेलुया। निर्दोष का लहू बहाने वाले हाथ। जिस तरह काइन
ਜਿਹੜਾ ਸੀਗਾ ਉਹਨੇ ਆਪਣੇ ਭਰਾ ਹਾਵਲ ਨੂੰ ਕੀ ਕਰ ਦਿੱਤਾ ਸੀਗਾ, ਖਤਮ ਕਰ ਦਿੱਤਾ ਸੀਗਾ। ਕਿਉਂ ਖਤਮ ਕੀਤਾ ਸੀਗਾ? ਕਿਉਂਕਿ ਪਰਮੇਸ਼ਰ ਨੇ ਹਾਵਲ ਦੀ ਭੇਡ ਨੂੰ ਸਵੀਕਾਰ ਕੀਤਾ ਸੀਗਾ ਤੇ ਕਾਇਨ ਦੀ ਭੇਡ ਨੂੰ ਸਵੀਕਾਰ ਨਹੀਂ ਕੀਤਾ ਸੀਗਾ। ਤੇ ਕਾਇਨ ਨੇ ਕ੍ਰੋਧ ਦੇ ਵਿੱਚ ਆ ਕੇ, ਗੁੱਸੇ ਦੇ ਵਿੱਚ ਆ ਕੇ ਆਪਣੇ ਭਰਾ ਦਾ ਕਤਲ ਕਰ ਦਿੱਤਾ, ਮਤਲਬ ਹਾਵਲ ਦਾ ਕਤਲ ਕਰ ਦਿੱਤਾ ਸੀਗਾ, ਜਿਹੜਾ ਹਾਵਲ ਨਿਰਦੋਸ਼ ਸੀਗਾ। ਹਾਲੇਲੂਇਆ। ਜਦੋਂ ਤੁਸੀਂ ਉਤਪਤ ਦੇ ਵਿੱਚ ਕਾਇਨ ਤੇ ਹਾਵਲ ਦੀ ਸਟੋਰੀ ਨੂੰ ਪੜ੍ਹਦੇ ਆ ਤਾਂ ਉੱਥੇ ਸਾਨੂੰ, ਜਦੋਂ ਤੁਸੀਂ ਪੜ੍ਹੋਗੇ ਉੱਥੇ ਤੁਹਾਨੂੰ ਇੱਕ ਘਟਨਾ ਮਿਲਣੀ ਹੈ ਕਿ ਪਰਮੇਸ਼ਰ ਨੇ ਜਿਹੜਾ ਸੀਗਾ ਕਾਇਨ ਨੂੰ ਸਜ਼ਾ ਵੀ ਦਿੱਤੀ ਸੀ ਇਸ ਕੰਮ ਦੀ। ਹਾਲੇਲੂਇਆ। ਉਹ ਪਰਮੇਸ਼ਰ ਨੇ ਉਸ ਨੂੰ ਸਜ਼ਾ ਦਿੱਤੀ ਸੀ ਤੇ ਉਹ ਉਸ ਨੂੰ ਭੰਗੌੜਾ ਕਰਾਰ ਦੇ ਦਿੱਤਾ ਗਿਆ ਸੀਗਾ। ਹਾਲੇਲੂਇਆ। ਤੇ ਉਸ ਦੇ ਇੱਕ ਚਿਹਰੇ ਉੱਤੇ ਮਾਰਕ, ਇੱਕ ਨਿਸ਼ਾਨ ਦੇ ਦਿੱਤਾ ਗਿਆ ਸੀਗਾ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਉਹਨਾਂ ਇਨਸਾਨਾਂ ਨੂੰ ਪਸੰਦ ਨਹੀਂ ਕਰਦਾ ਜਿਹੜੇ ਮਾਸੂਮਾਂ ਦਾ ਕੀ ਕਰਦੇ ਆ, ਕਤਲ ਕਰਦੇ ਆ। ਹਾਲੇਲੂਇਆ। ਅੱਜ ਬਹੁਤ ਸਾਰੇ ਲੋਕ ਪੈਸਾ ਲੈ ਕੇ ਕਤਲ ਕਰ ਦਿੰਦੇ ਆ, ਪੈਸੇ ਦੇ ਪਿੱਛੇ। ਜਿਹੜਾ ਯਹੂਦਾ ਇਸਕਰੂਤੀ ਸੀਗਾ, ਯਿਸੂ ਮਸੀਹ ਦਾ ਚੇਲਾ ਸੀਗਾ, ਉਹਨੇ ਵੀ ਪੈਸਾ ਲੈ ਕੇ ਮਾਸੂਮ ਯਿਸੂ ਮਸੀਹ ਨੂੰ, ਨਿਰਦੋਸ਼ ਯਿਸੂ ਮਸੀਹ ਨੂੰ ਫੜਵਾ ਦਿੱਤਾ ਸੀ ਤੇ ਬਾਅਦ ਵਿੱਚ ਖੁਦ ਵੀ ਕੀ ਕੀਤਾ ਗਿਆ, ਉਹ ਮਾਰਿਆ ਗਿਆ। ਹਾਲੇਲੂਇਆ। ਖੁਦ ਉਹ ਵੀ ਮਰ ਗਿਆ। ਨਾ ਉਸਦਾ ਪੈਸਾ ਉਸਦੇ ਕੰਮ ਆਇਆ ਤੇ ਨਾ ਕੋਈ ਹੋਰ ਉਸਦੇ ਵਸਤੂ ਚੀਜ਼ ਕੰਮ ਆਈ। ਤੇ ਉਸਨੇ ਆਪਣਾ ਜਿਹੜਾ ਪਦ ਸੀਗਾ ਪਰਮੇਸ਼ਰ ਦੇ ਵੱਲੋਂ ਉਸਨੂੰ ਅਭਿਸ਼ੇਕ ਮਿਲਿਆ ਹੋਇਆ ਸੀਗਾ, ਉਹ ਵੀ ਪੈਸਿਆਂ ਦੇ ਪਿੱਛੇ ਉਹਨੇ ਆਪਣਾ ਗਵਾ ਲਿਆ। ਅੱਜ ਬਹੁਤ ਸਾਰੇ ਲੋਕ ਪੈਸੇ ਦੇ ਪਿੱਛੇ ਇੰਨਾ ਝੂਠ ਬੋਲਦੇ ਆ, ਪੈਸੇ ਦੇ ਪਿੱਛੇ ਇੰਨਾ ਗਲਤ ਕੰਮ ਕਰਦੇ ਆ, ਪੈਸੇ ਦੇ ਕਰਕੇ ਪਤਾ ਨਹੀਂ ਇਨਸਾਨ ਕੀ ਕੀ ਹੇਰਾ ਫੇਰੀਆਂ ਕਰਦਾ ਆ। ਹਾਲੇਲੂਇਆ। ਤੇ ਪੈਸਾ ਵੀ ਇੱਕ ਟਾਈਮ ਆਉਂਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਚਲਾ ਜਾਂਦਾ ਆ ਤੇ ਹਰੇਕ ਪਰਮੇਸ਼ਰ ਦਾ ਅਭਿਸ਼ੇਕ ਵੀ ਫਿਰ ਉਹ ਚਲਾ ਜਾਂਦਾ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ। ਕਦੇ ਵੀ ਪੈਸੇ ਦੇ ਪਿੱਛੇ ਝੂਠ ਨਾ ਬੋਲੀਏ ਤੇ ਪੈਸੇ ਦੇ ਪਿੱਛੇ ਗਲਤ ਕੰਮ ਨਾ ਕਰੀਏ। ਅੱਜ ਬਹੁਤ ਸਾਰੇ ਲੋਕ, ਮੈਂ ਦੱਸਣਾ ਚਾਹੁੰਦਾ ਕਿ ਪੈਸੇ ਦਾ ਲਾਲਚ ਕਰਕੇ ਅੱਜ ਲੋਕ ਕੀ ਕਰ ਰਹੇ ਆ, 5-5 ਹਜ਼ਾਰ ਰੁਪਇਆ ਲੈ ਕੇ ਪ੍ਰਾਰਥਨਾ ਕਰ ਰਹੇ ਆ, 10-10 ਹਜ਼ਾਰ ਰੁਪਇਆ ਲੈ ਕੇ ਲੇ ਹੈਂਡ ਕੇ ਤੁਹਾਡੇ ਸਿਰ ਦੇ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕਰਾਂਗੇ। ਅਗਰ ਮੀਟਿੰਗ ਕਰਾਉਣੀ ਆ, ਇੰਨੇ ਪੈਸੇ ਲਵਾਂਗੇ ਜੀ, 10,000 ਲਵਾਂਗੇ, 11,000 ਲਵਾਂਗੇ, 15,000 ਲਵਾਂਗੇ। ਹਾਲੇਲੂਇਆ। ਅੱਜ ਤੇਲ ਮੁੱਲ ਵੇਚਿਆ ਜਾ ਰਿਹਾ ਆ, ਅੱਜ ਪਾਣੀ ਮੁੱਲ ਵੇਚਿਆ ਜਾ ਰਿਹਾ ਆ। ਅਗਰ ਪੰਜਾਬ ਦੇ ਵਿੱਚ, ਬਾਹਰ ਵੀ ਹੋ ਰਿਹਾ, ਪੰਜਾਬ ਤੋਂ ਬਾਹਰ ਵੀ, ਤੇ ਬਹੁਤ ਜ਼ਿਆਦਾ ਇਹ ਗੰਭੀਰ ਸਮੱਸਿਆ ਕਿ ਪੰਜਾਬ ਦੇ ਲੋਕ ਸਮਝ ਨਹੀਂ ਪਾ ਰਹੇ, ਜਿਹੜੇ ਮਸੀਹ ਦੇ ਵਿੱਚ ਆ ਚੁੱਕੇ ਆ ਤੇ ਉਹ ਲਈ ਵੀ ਜਾ ਰਹੇ ਆ, ਉਹਨਾਂ ਨੂੰ ਕੋਈ ਫਰਕ ਨਹੀਂ ਹੈਗਾ। ਤੁਹਾਨੂੰ ਮੈਂ ਦੱਸ ਦਿੰਦਾ, ਪਰ ਤੇਲ ਤੇ ਪਾਣੀ ਨੇ ਆਸ਼ੀਸ਼ ਨਹੀਂ ਦੇਣੀ, ਆਸ਼ੀਸ਼ ਯਹੋਵਾ ਦੇ ਵੱਲੋਂ, ਯਿਸੂ ਮਸੀਹ ਦੇ ਵੱਲੋਂ। ਹਾਲੇਲੂਇਆ। ਅਗਰ ਤੁਸੀਂ ਪਰਮੇਸ਼ਰ ਦੇ ਵਚਨਾਂ ਤੇ ਚੱਲ ਰਹੇ ਆ, ਮੈਂ ਕਿਹਾ ਤੁਸੀਂ ਦੂਰੋਂ ਹੀ ਪ੍ਰਾਰਥਨਾ ਕਰ ਦੂੰਗੇ, ਤੇਲ ਪਾਣੀ ਦੀ ਲੋੜ ਹੀ ਨਹੀਂ ਪੈਣੀ, ਦੂਰੋਂ ਹੀ ਪ੍ਰਾਰਥਨਾ ਕਰ ਦੂੰਗੇ ਨਾ, ਤੁਹਾਡੀ ਪ੍ਰਾਰਥਨਾ ਪਰਮੇਸ਼ਰ ਸੁਣ ਕੇ, ਅਗਰ ਤੁਸੀਂ ਸੱਚ ਬੋਲਦੇ ਆ, ਸੁਣ ਕੇ ਕੰਮ ਕਰ ਦੇਗਾ। ਆਮੀਨ। ਅਗਰ ਸਾਹਮਣੇ ਵਾਲਾ ਇਨਸਾਨ ਨੂੰ ਵਿਸ਼ਵਾਸ ਹੈਗਾ ਆ ਤੇ ਉਹ ਵੀ ਪਰਮੇਸ਼ਰ ਦੇ ਪਿੱਛੇ ਸਹੀ ਚੱਲਦਾ ਪਿਆ ਆ, ਤਾਂ ਮੈਂ ਇੱਦਾਂ ਸਮਝਦਾ ਆ ਕਿ ਕੰਮ ਹੋ ਜਾਏਗਾ। ਹਾਲੇਲੂਇਆ। ਅੱਜ ਇਨਸਾਨ, ਮੈਂ ਉਹਨਾਂ ਵਿਸ਼ਵਾਸੀਆਂ ਦੇ ਨਾਲ ਗੱਲ ਕਰਨਾ ਚਾਹੁੰਦਾ ਜਿਹੜੇ ਤੇਲ ਤੇ ਪਾਣੀ ਮੁੱਲ ਲੈ ਰਿਹਾ। ਅਗਰ ਤੁਹਾਨੂੰ ਮੁੱਲ ਲੈਣ ਦੀ ਜ਼ਰੂਰਤ, ਤੁਸੀਂ ਪਰਮੇਸ਼ਰ ਦੇ ਪਿੱਛੇ ਚੱਲੋ। ਤੁਸੀਂ ਖੁਦ ਪ੍ਰਾਰਥਨਾ ਕਰਦੇ ਹੋ, ਸਧਾਰਨ ਜਿਹੀ ਸਿੰਪਲ ਜਿਹੀ ਪ੍ਰਾਰਥਨਾ ਕਰਦੇ ਹੋ, ਪ੍ਰਭੂ ਇਹ ਪਾਣੀ, ਤੇਲ ਤੇਰੇ ਲਹੂ ਦੇ ਵਿੱਚ ਮੈਂ ਮਸਾ ਕਰਦਾ ਹਾਂ ਜਾਂ ਕਰਦੀ ਹਾਂ, ਇਹ ਜਿਸ ਵੀ ਬਿਮਾਰ ਤੇ ਲਾਚਾਰ ਤੇ ਲੱਗੇ, ਇਹ ਸ਼ਿਫਾ, ਉਹ ਬਿਮਾਰ ਲਾਚਾਰ ਸ਼ਿਫਾ ਪਾ ਜਾਏ। ਤਾਂ ਮੈਂ ਕਿਹਾ ਪਰਮੇਸ਼ਰ, ਅਗਰ ਤੁਸੀਂ ਪਰਮੇਸ਼ਰ ਦੇ ਵਚਨਾਂ ਤੇ ਚੱਲਦੇ ਆ ਤਾਂ ਤੁਸੀਂ ਝੂਠ ਨਹੀਂ ਬੋਲਦੇ, ਜਿੰਨੇ ਵੀ ਪਰਮੇਸ਼ਰ ਦੀਆਂ ਆਗਿਆਵਾਂ ਉਹਨਾਂ ਦੇ ਅਨੁਸਾਰ ਚੱਲਦੇ ਆ, ਉਸਦੇ ਵਚਨ ਦੇ ਅਨੁਸਾਰ ਚੱਲਦੇ ਆ, ਤਾਂ ਮੈਂ ਕਿਹਾ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਨੂੰ ਸੁਣ ਕੇ ਉਸ ਤੇਲ ਦੇ ਉੱਤੇ, ਉਸ ਪਾਣੀ ਦੇ ਉੱਤੇ ਆਪਣੇ ਅਭਿਸ਼ੇਕ ਨੂੰ, ਆਪਣੀ ਸਾਮਰਥ ਨੂੰ ਉਡੇਲ ਦੇਗਾ ਤੇ ਫਿਰ ਉਹ ਜਿਹੜੇ ਵੀ ਬਿਮਾਰ ਲਾਚਾਰ ਲਗਾਉਣਗੇ ਸ਼ਿਫਾ ਪਾਣਗੇ। ਆਮੀਨ। ਹਾਲੇਲੂਇਆ। ਤੇ ਅੱਜ ਇਨਸਾਨ ਪੈਸੇ ਦੇ ਪਿੱਛੇ ਇੰਨਾ ਝੂਠ ਬੋਲਦਾ ਆ, ਪੈਸੇ ਨੂੰ ਪਾਉਣ ਦੇ ਲਈ ਝੂਠ ਬੋਲਦਾ, ਪੈਸੇ ਨੂੰ ਕਮਾਉਣ ਦੇ ਲਈ ਝੂਠ ਬੋਲਦਾ, ਪੈਸਾ ਦੇਣ ਦੇ ਲੱਗੇ ਝੂਠ ਬੋਲਦਾ ਆ। ਸਾਨੂੰ ਝੂਠ ਬੋਲਣ ਦੀ ਜ਼ਰੂਰਤ ਨਹੀਂ, ਬਲਕਿ ਪਰਮੇਸ਼ਰ ਦੇ ਪਿੱਛੇ ਚੱਲਣ ਦੀ ਜ਼ਰੂਰਤ ਹੈ। ਪਰਮੇਸ਼ਰ ਕਹਿੰਦਾ
ਕਾਇਨ ਜਿਹੜਾ ਸੀਗਾ ਉਹਨੇ ਆਪਣੇ ਭਰਾ ਹਾਵਲ ਦਾ ਕੀ ਕੀਤਾ, ਕਤਲ ਕਰ ਦਿੱਤਾ ਤੇ ਪਰਮੇਸ਼ਰ ਨੇ ਉਸ ਨੂੰ ਭੰਗੌੜਾ ਕਰਾਰ ਦਿੱਤਾ। ਤੇ ਇਸ ਲਈ ਪਰਮੇਸ਼ਰ ਨੇ ਕਿਹਾ ਮਾਸੂਮਾਂ ਦੇ ਜਿਹੜੇ ਕਤਲ ਕਰਨ ਵਾਲੇ ਹੱਥ ਹੈ, ਪਰਮੇਸ਼ਰ ਉਹਨਾਂ ਨੂੰ ਕੀ ਕਰਦਾ ਆ, ਘਿਰਨਾ ਕਰਦਾ ਆ। ਹਾਲੇਲੂਇਆ। ਮਾਸੂਮਾਂ ਦਾ ਕਤਲ ਕਰਨ ਵਾਲੇ ਹੱਥ, ਹਾਲੇਲੂਇਆ। ਨਿਰਦੋਸ਼ ਦਾ ਲਹੂ ਬਹਾਣੇ ਵਾਲੇ ਹੱਥ। ਫਿਰ ਉਹੀ ਹੱਥ ਅਗਰ ਇਹਨਾਂ ਹੱਥਾਂ ਦੇ ਨਾਲ ਕਿਸੇ ਨਿਰਦੋਸ਼ ਦਾ ਖੂਨ ਬਹਾਉਂਦੇ ਆ ਤੇ ਇਹੀ ਹੱਥਾਂ ਦੇ ਨਾਲ ਉੱਠ ਕੇ ਪਰਮੇਸ਼ਰ ਦੀ ਪ੍ਰਸਤਿਸ਼ ਕਰਦੇ ਆ, ਸਤੂਤੀ ਕਰਦੇ ਆ, ਕੀ ਪਰਮੇਸ਼ਰ ਇਹਨਾਂ ਹੱਥਾਂ ਨੂੰ ਗ੍ਰਹਿਣ ਕਰੇਗਾ? ਮੂਸਾ ਨੇ ਵੀ ਆਪਣੇ ਹੱਥਾਂ ਨੂੰ ਚੱਕਿਆ। ਜਦੋਂ ਮੂਸਾ ਨੇ ਹੱਥ ਚੱਕਿਆ ਤੇ ਉਸਦੇ ਲੋਕ ਜਿਹੜੇ ਸੀਗੇ ਉਹ ਜਿੱਤੇ, ਹਾਰੇ ਜਿੱਤੇ। ਹਾਲੇਲੂਇਆ। ਕਿਉਂਕਿ ਜਿਹੜੇ ਮੂਸਾ ਦੇ ਹੱਥ ਸੀਗੇ ਨਿਰਦੋਸ਼ ਸੀਗੇ ਤੇ ਉਸਨੇ ਪਰਮੇਸ਼ਰ ਦੇ ਵੱਲ ਚੁੱਕੇ ਤੇ ਪਰਮੇਸ਼ਰ ਨੇ ਉਸਦੀ ਪ੍ਰਾਰਥਨਾ ਉੱਤੇ ਕੀਤਾ, ਧਿਆਨ ਦਿੱਤਾ। ਹਾਲੇਲੂਇਆ। ਅਗਲਾ ਪੁਆਇੰਟ ਹੈਗਾ अनर्थ कल्पना गढ़ने वाला मन। अनर्थ कल्पना गढ़ने वाला मन। अनर्थ पंजाबी ਦੇ ਵਿੱਚ ਲਿਖਿਆ ਵਾ ਦੁਸ਼ਟ ਭਰੀਆਂ ਵਿਉਂਤਾਂ ਬਣਾਉਣ ਵਾਲਾ ਮਨ। ਉਹ ਮਨ ਜਿਹੜਾ ਅੱਜ ਬਹੁਤਿਆਂ ਦਾ ਮਨ ਦੂਸਰੇ ਦੇ ਪ੍ਰਤੀ ਵਿਅਰਥ ਕਲਪਨਾ ਕਰਦਾ ਰਹਿੰਦਾ ਆ। ਉਹ ਪਤਾ ਨਹੀਂ ਕੀ ਮੇਰੇ ਬਾਰੇ ਸੋਚਦਾ ਰਹੂੰਗਾ, ਉਹ ਪਤਾ ਨਹੀਂ ਮੇਰੇ ਨਾਲ ਚੰਗਾ ਬਿਹੇਵੀਅਰ ਕਰੇਗਾ। ਬਹੁਤ ਸਾਰੇ ਲੋਕ ਹੈ ਕੀ ਕਰਦੇ ਆ, ਉਹ ਮਨ ਦੇ ਵਿੱਚ ਦੂਸਰੇ ਦੇ ਪ੍ਰਤੀ ਗਲਤ ਕਲਪਨਾ ਕਰ ਲੈਂਦੇ ਆ ਤੇ ਉਹਨਾਂ ਦੇ ਆਪਣੇ ਅੰਦਰ ਬਦਲਾਵ ਹੋ ਜਾਂਦਾ। ਉਹ ਸਮਝਦਾ ਕਿ ਦੂਜਾ ਮੇਰੇ ਨਾਲ ਕੀ ਕਰ ਰਿਹਾ ਆ, ਸਹੀ ਵਰਤਾਵ ਨਹੀਂ ਕਰ ਰਿਹਾ। ਹਾਲੇਲੂਇਆ। ਅੱਜ ਲੋਕ ਬਦਲਦੇ ਕਿੱਦਾਂ ਆ ਕਿ ਉਹਨਾਂ ਦਾ ਜਿਹੜਾ ਮਨ ਹੈ, ਮਨ ਦੇ ਵਿੱਚ ਦੂਸਰੇ ਦੇ ਪ੍ਰਤੀ ਫਰਕ ਪੈ ਜਾਂਦਾ ਆ। ਉਹਨੂੰ ਆਪਣੇ ਆਪ ਨੂੰ ਜਿਹਦੇ ਅੰਦਰ ਫਰਕ ਪੈਂਦਾ ਉਹਨੂੰ ਇਹ ਲੱਗਣਾ ਪੈਂਦਾ ਕਿ ਸਾਹਮਣੇ ਵਾਲਾ ਕੀ ਕਰ ਰਿਹਾ ਆ, ਇਨਸਾਨ ਬਦਲ ਚੁੱਕਾ ਆ, ਇਹ ਮੇਰੇ ਨਾਲ ਪਹਿਲੇ ਵਰਗਾ ਰਵੱਈਆ ਨਹੀਂ ਕਰਦਾ, ਮੈਨੂੰ ਬੁਲਾਉਂਦਾ ਨਹੀਂ ਢੰਗ ਦੇ ਨਾਲ, ਮੈਨੂੰ ਚਲਾਉਂਦਾ ਨਹੀਂ, ਤੇ ਉਹ ਹੌਲੀ ਹੌਲੀ ਕੀ ਹੋ ਜਾਂਦੇ ਆ, ਦੂਰ ਹੋ ਜਾਂਦੇ ਆ। ਪਰਮੇਸ਼ਰ ਕਹਿੰਦਾ ਦੁਸ਼ਟ ਭਰੀਆਂ ਵਿਉਂਤਾਂ ਬਣਾਉਣ ਵਾਲਾ ਮਨ। ਚਾਹੇ ਅਸੀਂ ਕਿਸੇ ਇਨਸਾਨ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਸੋਚਦੇ ਹਾਂ, ਚਾਹੇ ਕਿਸੇ ਦੇ ਨੁਕਸਾਨ ਕਰਨ ਦੇ ਬਾਰੇ ਸੋਚਦੇ ਹਾਂ ਕਿ ਫਲਾਣੇ ਬੰਦੇ ਦਾ ਆਹ ਨੁਕਸਾਨ ਹੋ ਜਾਏ, ਫਲਾਣਾ ਬੰਦਾ ਇੱਦਾਂ ਹੋ ਜਾਏ, ਫਲਾਣਾ ਬੰਦੇ ਨੂੰ ਆਹ ਪ੍ਰੋਬਲਮ ਹੋ ਜਾਏ, ਇਹਦਾ ਬੇੜਾ ਗਰਕ ਹੋ ਜਾਵੇ। ਇੱਦਾਂ ਦੇ ਲੋਕ ਆਪਣੇ ਮਨ ਦੇ ਵਿੱਚ ਕਲਪਨਾ ਕਰਦੇ ਆ। ਪਰਮੇਸ਼ਰ ਇਹੋ ਜਿਹੇ ਮਨ ਨੂੰ ਵੀ ਕੀ ਕਰਦਾ ਆ, ਅਨਰਥ ਕਲਪਨਾ ਕਰਨੇ ਵਾਲਾ ਮਨ। ਇਹੋ ਜਿਹੇ ਮਨ ਨੂੰ ਵੀ ਪਰਮੇਸ਼ਰ, ਇਹੋ ਜਿਹੇ ਦਿਮਾਗ ਨੂੰ ਵੀ ਪਰਮੇਸ਼ਰ ਪਸੰਦ ਨਹੀਂ ਕਰਦਾ ਹੈਗਾ। ਹਾਲੇਲੂਇਆ। ਕਿਸੇ ਦੇ ਪ੍ਰਤੀ ਵਿਅਰਥ ਕਲਪਨਾ ਨਹੀਂ ਕਰਨੀ। ਅਗਰ ਤੁਹਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਵੀ ਇਨਸਾਨ, ਚਾਹੇ ਉਹ ਹੋ ਸਕਦਾ ਅੱਜ ਕੱਲ੍ਹ ਖਾਸ ਤੌਰ 'ਤੇ ਜਿਹੜੇ ਮਸੀਹਾਂ ਦੇ ਵਿੱਚ ਸੇਵਕਾਂ ਦੇ ਪ੍ਰਤੀ ਮਨ ਦੇ ਵਿੱਚ ਆਉਂਦਾ ਆ, ਲੋਕਾਂ ਦੇ ਖਾਸ ਤੌਰ 'ਤੇ ਪਾਸਟਰਾਂ ਦੇ ਪ੍ਰਤੀ ਆਉਂਦਾ ਆ। ਬਹੁਤ ਸਾਰੇ ਜਦੋਂ ਮੈਂ ਪ੍ਰਭੂ ਦੇ ਵਿੱਚ ਨਹੀਂ ਸੀਗਾ, ਸੇਵਕਾਈ ਦੇ ਵਿੱਚ ਨਹੀਂ ਸੀਗਾ, ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਮਿਲਿਆ ਮੈਂ, ਉਹ ਆਪਣੇ ਪਾਸਟਰਾਂ ਦੇ ਵਿਰੁੱਧ ਹੀ ਕੁੜਕੜਾਉਂਦੇ ਰਹਿੰਦੇ ਸੀਗੇ, ਪਾਸਟਰ ਐ ਫਲਾਣਾ ਟੀਕਾ ਜੀ। बाइबल कहती है सबसे अधिक अपने मन की कर रक्षा कर, जीवन का मूल्य स्रोत इस तो ही है। सानू अपने मन की रक्षा करने की जरूरत है। साडे मन दे विच आंदा की है, शैतान साडे मन दे विच पांदा की है। जदों हवा ने फल खादा ना, शैतान ने उहदे मन दे विच पाया कि ये जिहड़ा फल है तैनूं अच्छा जीवन दे सकदा है, तैनूं बुद्धिमान बना सकदा है, तुसीं मरोगे नहीं। उहदे मन दे विच दिमाग च पाती गल। शैतान अज भी इंसानों तो दे शरीरों तो दूर है, वो दिमाग के पाई जाता फलाना बंदा तेरे नाल इदां आ, फलाना ते इदां तेरे नाल गल नहीं करदा, वो ऐ आ, जे आ, वो आ। अगर तुसीं भी इसका शिकार अज समय है कि अपने मन को परमेश्वर के हत्थों के सौंप दईए। प्रभु ने कहिए, प्रभु मेरे मन के उत्ते तू अपने पैरे को बिठा ला, मेरे मन के उत्ते अपने कब्जा कर। पवित्र आत्मा ने कहिए, पवित्र आत्मा जी मेरे दिमाग के तुसी कब्जा करो। अगर इहो जिहियां फालतू दीयां कल्पनावां साडे दिमाग दे विच उठदियां ते इन्हां कल्पनावां तो बचना आ ते कि परमेश्वर दे विच असीं बने रहीए। देखो, कल्पना आउण तो तुसीं नहीं रोक सकदे, उसनूं अग्गे वधाउण तो तुसीं रोक सकदे। किसी दे प्रति
ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਕੋਈ ਤੁਹਾਡਾ ਰਿਸ਼ਤੇਦਾਰ ਹੈ, ਉਸ ਦੇ ਪ੍ਰਤੀ ਤੁਹਾਡੇ ਮਨ ਦੇ ਵਿੱਚ ਕੁਝ ਬੁਰਾ ਆਇਆ, ਬੁਰਾ ਆਉਣ ਤੋਂ ਨਹੀਂ ਤੁਸੀਂ ਰੋਕ ਸਕਦੇ, ਉਸ ਬੁਰਾਈ ਨੂੰ ਵਧਣ ਤੋਂ ਰੋਕ ਸਕਦੇ ਆ। ਹਾਲੇਲੂਇਆ। ਉਸ ਦੇ ਪ੍ਰਤੀ ਜਦੋਂ ਮੰਨ ਲਓ ਕਿਸੇ ਦੇ ਪ੍ਰਤੀ ਤੁਹਾਨੂੰ ਬੁਰਾ ਆ ਗਿਆ ਕਿ ਆਹ ਇਨਸਾਨ ਹੈ, ਇਹਨੇ ਮੈਨੂੰ ਇੱਦਾਂ ਕੀਤੀ ਆ, ਉਸ ਗੱਲ ਨੂੰ ਅੱਗੇ ਜ਼ਿਆਦਾ ਵਧਾਈ ਜਾਣਾ, ਦਿਮਾਗ ਦੇ ਵਿੱਚ ਉਸ ਚੀਜ਼ ਨੂੰ ਤੁਸੀਂ ਰੋਕ ਸਕਦੇ ਆ। ਆਉਣ ਤੋਂ ਇਹ ਜਿਹੜੀਆਂ ਚੀਜ਼ਾਂ ਆਉਣਗੀਆਂ। ਹਾਲੇਲੂਇਆ। ਤੇ ਅਗਲਾ ਪੁਆਇੰਟ ਹੈਗਾ ਆ बुराई करने को बेग दौड़ने वाले पाँव, वो पैर ਜਿਹੜੇ बुराई ਕਰਨ ਨੂੰ ਦੌੜਦੇ ਆ। ਹਾਲੇਲੂਇਆ। ਪੰਜਾਬੀ ਦੇ ਵਿੱਚ ਲਿਖਿਆ ਬੁਰਾਈ ਦੇ ਰਾਹ ਤੇ ਚੱਲਣ ਵਾਲੇ ਪੈਰ। ਪਰਮੇਸ਼ਰ ਨੇ ਸਾਨੂੰ ਪੈਰ ਦਿੱਤੇ ਆ ਤੇ ਬਚਨ ਨਿਊ ਟੈਸਟਮੈਂਟ ਦੇ ਵਿੱਚ ਲਿਖਿਆ ਆ ਉਹ ਪੈਰ ਕਿੰਨੇ ਸੁਹਾਵਣੇ ਆ ਜਿਹੜਾ ਪਰਮੇਸ਼ਰ ਦਾ ਵਚਨ ਲੈ ਕੇ ਆਉਂਦੇ ਆ ਜਾਂ ਪਰਮੇਸ਼ਰ ਦਾ ਵਚਨ ਫੈਲਾਉਂਦੇ ਆ। ਤੇ ਪਰਮੇਸ਼ਰ ਦਾ ਵਚਨ ਕਹਿੰਦਾ ਜਿੱਥੇ ਤੂੰ ਪੈਰ ਧਰੇਂਗਾ ਉਹ ਜਿਹੜੀ ਜਗ੍ਹਾ ਆ ਮੈਂ ਤੈਨੂੰ ਦੇ ਦੇਵਾਂਗਾ। ਦੋ ਤਰ੍ਹਾਂ ਦੇ ਪੈਰ ਹੈ, ਇੱਕ ਜਿਨ੍ਹਾਂ ਨੂੰ ਪਰਮੇਸ਼ਰ ਪਸੰਦ ਕਰਦਾ ਆ ਤੇ ਇੱਕ ਆਹ ਪੈਰ ਹੈ ਬੁਰਾਈ ਦੇ ਰਸਤੇ ਤੇ ਚੱਲਣ ਵਾਲੇ ਪੈਰ, ਪਰਮੇਸ਼ਰ ਨੂੰ ਘਿਰਨਾ ਕਰਦਾ ਹੈ। ਹਾਲੇਲੂਇਆ। ਤੁਹਾਡੇ ਪੈਰ ਤੁਸੀਂ ਕਿਹੋ ਜਿਹੇ ਬਣਾਉਣਾ ਚਾਹੁੰਦੇ ਆ ਕਿ ਬੁਰਾਈ ਦੇ ਰਾਹ ਤੇ ਚੱਲਣ ਵਾਲੇ ਕਿ ਪਰਮੇਸ਼ਰ ਦਾ ਸ਼ੁਭ ਸਮਾਚਾਰ ਫੈਲਾਉਣ ਵਾਲੇ। ਹਾਲੇਲੂਇਆ। ਜਾਂ ਸ਼ੁਭ ਸਮਾਚਾਰ ਨੂੰ ਫੈਲਾਉਣ ਦੇ ਵਿੱਚ ਮਦਦ ਕਰਨ ਵਾਲੇ। ਅਗਰ ਤੁਸੀਂ ਫੈਲਾ ਨਹੀਂ ਨਾ ਸਕਦੇ, ਉਹਦੇ ਵਿੱਚ ਮਦਦ ਕਰ ਰਹੇ ਆ, ਸਮਝ ਲਓ ਤਾਂ ਵੀ ਤੁਹਾਡੇ ਪੈਰ ਕੀ ਆ, ਸੁਹਾਵਣੇ ਆ। ਹਾਲੇਲੂਇਆ। ਅਗਰ ਤੁਸੀਂ ਚਾਹੁੰਦੇ ਆ ਕਿ ਜਿਸ ਬਾਈਬਲ ਇੱਕ ਬਚਨ ਮੈਨੂੰ ਯਾਦ ਆ ਰਿਹਾ, ਪਰਮੇਸ਼ਰ ਕਹਿੰਦਾ ਜਿਸ ਮਾਰਗ ਦੇ ਵਿੱਚ ਤੂੰ ਜਾਏਗਾ ਤਾਂ ਮੈਂ ਉਸ ਮਾਰਗ ਦੇ ਵਿੱਚ ਕੀ ਕਰਾਂਗਾ, ਆਪਣੇ ਦੂਤਾਂ ਨੂੰ ਘੱਲਾਂਗਾ ਕਿ ਉਹ ਤੇਰੇ ਕੀ ਕਹੇ ਮਾਰਗ ਦੇ ਸਾਰੇ ਜਿੰਨੇ ਵੀ ਆ ਰੁਕਾਵਟਾਂ ਆ ਉਹ ਦੂਰ ਕਰਨ, ਤੇਰੇ ਮਾਰਗ ਨੂੰ ਸਿੱਧਾ ਕਰਨ। ਹਾਲੇਲੂਇਆ। ਤੇ ਪਰਮੇਸ਼ਰ ਦਾ ਬਚਨ ਸਾਡੇ ਪੈਰਾਂ ਲਈ ਕੀ ਆ, ਜੋਤੀ ਆ, ਚਾਨਣ ਹੈ। ਹਾਲੇਲੂਇਆ। ਤੇ ਪਰਮੇਸ਼ਰ ਦਾ ਵਚਨ ਦੇ ਜਦੋਂ ਅਸੀਂ ਅਨੁਸਾਰ ਚੱਲਦੇ ਹਾਂ ਤੇ ਪਰਮੇਸ਼ਰ ਆਪਣੇ ਦੂਤਾਂ ਨੂੰ ਵੀ ਸਾਡੇ ਰਸਤਿਆਂ ਦੇ ਵਿੱਚ ਘੱਲਦਾ ਆ। ਹਾਲੇਲੂਇਆ। ਜੇ ਸਾਡੇ ਪੈਰ ਬੁਰਾਈ ਤੇ ਚੱਲਦੇ ਆ, ਪਰਮੇਸ਼ਰ ਆਪਣੇ ਦੂਤਾਂ ਨੂੰ ਕਦੇ ਨਹੀਂ ਘੱਲੇਗਾ। ਹਾਲੇਲੂਇਆ। ਪਰਮੇਸ਼ਰ ਤੁਹਾਡੇ ਕੰਮਾਂ ਨੂੰ ਸਫਲ ਕਰੇਗਾ, ਚਾਹੇ ਉਹ ਲੇਟ ਹੋਣ, ਚਾਹੇ ਅਗਰ ਤੁਹਾਡੇ ਨਹੀਂ ਹੋ ਰਹੇ ਤਾਂ ਉਹ ਹੋਣ। ਅਗਰ ਤੁਸੀਂ ਬੁਰਾਈ ਦੇ ਰਸਤੇ 'ਤੇ ਚੱਲਦੇ ਆ ਫਿਰ ਹੋਣ ਵਾਲੇ ਨਹੀਂ, ਪਰਮੇਸ਼ਰ ਉਸ ਦੇ ਵਿੱਚ ਕੋਈ ਮਦਦ ਨਹੀਂ ਕਰੇਗਾ। ਅਗਰ ਤੁਸੀਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਤੁਹਾਡੇ ਜਿਹੜੇ ਪੈਰ ਹੈ ਉਹ ਵਚਨ ਫੈਲਾਉਣ ਵਾਲੇ ਪੈਰ ਹੈ, ਸੱਚਾਈ ਦੇ ਰਸਤੇ 'ਤੇ ਚੱਲਣ ਵਾਲੇ ਪੈਰ ਹੈ, ਪਰਮੇਸ਼ਰ ਦੀ ਆਗਿਆ ਦੇ ਅਨੁਸਾਰ ਪਰਮੇਸ਼ਰ ਜਦੋਂ ਘੱਲਦਾ ਆ ਸਾਨੂੰ ਆਗਿਆ ਦਿੰਦਾ, ਉਸ ਆਗਿਆ ਦੇ ਅਨੁਸਾਰ ਸਾਡੇ ਚੱਲਣ ਵਾਲੇ ਪੈਰ ਆ, ਤਾਂ ਪਰਮੇਸ਼ਰ ਸਾਨੂੰ ਬਲੈਸ ਕਰੇਗਾ, ਸਾਨੂੰ ਸਫਲ ਕਰੇਗਾ ਸਾਡੇ ਸਾਰੇ ਕੰਮਾਂ ਨੂੰ। ਚਾਹੇ ਉਹ ਲੇਟ ਹੋ ਸਕਦੇ ਆ, ਬਹੁਤ ਸਾਰੀਆਂ ਇਹੋ ਜਿਹੀਆਂ ਪ੍ਰਾਰਥਨਾਵਾਂ ਹੁੰਦੀਆਂ, ਕੁਝ ਆਨਸਰ ਲੇਟ ਆਉਂਦੇ ਆ। ਹਾਲੇਲੂਇਆ। ਦਾਨੀਏਲ ਨੇ ਵੀ ਪ੍ਰਾਰਥਨਾ ਕੀਤੀ ਸੀ, ਉਹਦਾ ਉੱਤਰ ਜਿਹੜਾ ਸੀਗਾ 21 ਦਿਨ ਬਾਅਦ ਆਇਆ ਸੀਗਾ। ਕੁਝ ਪ੍ਰਾਰਥਨਾਵਾਂ ਮੇਰੀਆਂ ਵੀ ਇਹੋ ਜਿਹੀਆਂ, ਮੇਰੀਆਂ ਆਪਣੀ ਗਵਾਹੀ ਵੀ ਹੈ ਕਿ ਕੁਝ ਪ੍ਰਾਰਥਨਾਵਾਂ ਨੂੰ ਜਿਹੜੀਆਂ ਮੈਂ ਅੱਜ ਤੋਂ ਕਾਫੀ ਸਾਲ ਪਹਿਲਾਂ ਕੀਤੀਆਂ ਗਈਆਂ ਤੇ ਉਹਨਾਂ ਦਾ ਆਨਸਰ ਆ ਰਿਹਾ, ਹੁਣ ਆ ਰਿਹਾ ਜਾਂ ਆ ਚੁੱਕਾ ਆ, ਕੁਝ ਲੇਟ ਆਇਆ, ਕਿਸੇ ਦਾ 2 ਸਾਲ ਮਰੋ, ਕਿਸੇ ਦਾ 4 ਸਾਲ ਮਰੋ, ਇੱਦਾਂ ਵੀ ਆਇਆ। ਉਹ ਕਾਰਨ ਕੀ ਸੀ ਕਿ ਪਰਮੇਸ਼ਰ ਨੇ ਜਿਹੜਾ ਠਹਿਰਾਇਆ ਹੋਇਆ ਸਮਾਂ ਸੀਗਾ ਉਸ ਦੇ ਅਨੁਸਾਰ ਉਹ ਸਭ ਕੁਝ ਕੀਤਾ। ਹਾਲੇਲੂਇਆ। ਤੇ ਪਰਮੇਸ਼ਰ ਇਹਨਾਂ ਚੀਜ਼ਾਂ ਨੂੰ ਕੀ ਕਰਦਾ, ਘਿਰਨਾ ਕਰਦਾ। ਤੇ 7ਵਾਂ ਜਿਹੜਾ ਪੁਆਇੰਟ ਆ, ਆਖਰੀ ਪੁਆਇੰਟ ਹੈ, ਉਹ ਹੈਗਾ ਜਿਹਨੂੰ ਪਰਮੇਸ਼ਰ ਘਿਰਨਾ ਕਰਦਾ ਆ, ਝੂਠ ਬੋਲਣੇ ਵਾਲੀ ਸਾਕਸ਼ੀ। और भाइयों के बीच में झगड़ा उत्पन्न करने वाला मनुष्य। हालेलुया। 6वां पॉइंट हैगा झूठी गवाही देने वाला मुंह। वो मुंह ਜਿਹੜਾ ਝੂਠੀਆਂ ਗਵਾਹੀਆਂ ਦਿੰਦਾ। ਅੱਜ ਇਨਸਾਨ ਕੋਰਟ ਦੇ ਵਿੱਚ
ਅਦਾਲਤਾਂ ਦੇ ਵਿੱਚ ਝੂਠ ਬੋਲ ਰਹੇ ਆ। ਅਗਰ ਕਿਸੇ ਦਾ ਨਿਆਣੇ ਦੋ ਲੜ ਪੈਂਦੇ ਆ, ਭੈਣਾਂ ਇੱਕ ਦੂਜੇ ਝੂਠ ਬੋਲਣ ਲੱਗ ਪੈਂਦੀਆਂ, ਨਹੀਂ ਤੇਰੀ ਨਿਆਣੇ ਉਹਨੇ ਐ ਕੀਤਾ, ਉਹਨੇ ਐ ਕੀਤਾ, ਉਹਨੇ ਐ ਕੀਤਾ। ਅਗਰ ਕੋਈ ਪ੍ਰੋਬਲਮ ਹੋ ਜਾਂਦੀ ਆ, ਗਲੀ ਮੁਹੱਲੇ ਦੇ ਵਿੱਚ ਕੋਈ ਸਮੱਸਿਆ ਹੋ ਜਾਂਦੀ ਆ, ਲੋਕ ਉੱਤੇ ਹੀ ਝੂਠ ਕਰਨ ਲੱਗ ਪੈਂਦੇ ਆ। ਉਹ ਝੂਠੀ ਗਵਾਹੀ ਹੋ ਗਈ ਇਸ ਤਰ੍ਹਾਂ ਦੀ। ਅਤੇ ਬਹੁਤ ਸਾਰੇ ਲੋਕ ਸਟੇਜਾਂ 'ਤੇ ਵੀ ਚੜ੍ਹ ਕੇ ਝੂਠੀਆਂ ਗਵਾਹੀਆਂ ਦਿੰਦੇ ਆ। ਅਤੇ ਪਰਮੇਸ਼ਰ ਝੂਠੀ ਗਵਾਹੀ ਦੇਣ ਵਾਲੇ ਮੂੰਹ ਨੂੰ ਵੀ ਕੀ ਕਰਦਾ ਆ? ਘਿਰਨਾ ਕਰਦਾ। ਫਿਰ ਉਸ ਮੂੰਹ ਤੋਂ ਜਿੰਨੀਆਂ ਮਰਜ਼ੀ ਪ੍ਰਾਰਥਨਾਵਾਂ ਹੋ ਜਾਣ, ਪਰਮੇਸ਼ਰ ਉਹਨਾਂ ਪ੍ਰਾਰਥਨਾ ਨੂੰ ਵੀ ਸੁਣੇਗਾ ਨਹੀਂ। ਅਤੇ ਲਾਸਟ ਹੈਗਾ ਮਿੱਤਰਾਂ ਦੇ ਵਿੱਚ ਫੁੱਟ ਪਾਉਣ ਵਾਲਾ ਮਨੁੱਖ। ਭਾਈयों के बीच में झगड़ा उत्पन्न करने वाला मनुष्य। ਦੋ ਭਰਾਵਾਂ ਦੇ ਵਿੱਚ, ਚਾਹੇ ਦੋ ਭਰਾ ਆ, ਚਾਹੇ ਦੋ ਭੈਣਾਂ ਆ, ਉਹਨਾਂ ਦੇ ਵਿੱਚ ਜਿਹੜਾ ਫੁੱਟ ਪਾਉਂਦਾ ਆ, ਉਹ ਇਨਸਾਨ ਵੀ ਕੀ ਆ? ਸਹੀ ਨਹੀਂ ਹੈਗਾ। ਚਾਹੇ ਦੋ ਭਰਾ ਆ, ਚਾਹੇ ਦੋ ਇਨਸਾਨ ਵੀ ਆ, ਦੋ ਇਨਸਾਨਾਂ ਦੇ ਵਿੱਚ ਫੁੱਟ ਪਾਉਣ ਵਾਲਾ। ਸਾਨੂੰ ਪਰਮੇਸ਼ਰ ਨੇ ਮੇਲ ਮਿਲਾਪ ਦੇ ਲਈ ਘੱਲਿਆ ਆ। ਹਾਲੇਲੂਇਆ। ਅਗਰ ਦੋ ਭੈਣਾਂ ਬੋਲ ਨਹੀਂ ਰਹੀਆਂ ਤਾਂ ਤੁਹਾਡੇ ਕੋਲ ਮੌਕਾ ਆ, ਪਰਮੇਸ਼ਰ ਨੇ ਤੁਹਾਨੂੰ ਦਿੱਤਾ ਆ ਕਿ ਉਹਨਾਂ ਦੋਨਾਂ ਭੈਣਾਂ ਦਾ ਆਪਸ ਵਿੱਚ ਕੀ ਕਰਾ ਦਿਓ? ਗੱਲਬਾਤ ਕਰਾ ਦਿਓ। ਪਰਮੇਸ਼ਰ ਤੁਹਾਡੇ 'ਤੇ ਖੁਸ਼ ਹੋਏਗਾ, ਤੁਹਾਨੂੰ ਆਸ਼ੀਸ਼ ਦੇਗਾ। ਆਮੀਨ। ਅਗਰ ਦੋ ਭਰਾ ਨਹੀਂ ਬੋਲ ਰਹੇ ਤਾਂ ਉਹਨਾਂ ਦਾ ਸਮਝੌਤਾ ਤੁਸੀਂ ਕਰਾ ਕੇ ਪਰਮੇਸ਼ਰ ਨੇ ਤੁਹਾਨੂੰ ਆਸ਼ੀਸ਼ ਦੇਣੀ ਹੈ। ਅਗਰ ਤੁਸੀਂ ਫੁੱਟ ਦਾ ਕਾਰਨ ਬਣਦੇ ਆ ਤਾਂ ਪਰਮੇਸ਼ਰ ਵੱਲੋਂ ਤੁਹਾਡੇ ਉੱਤੇ ਕੋਈ ਆਸ਼ੀਸ਼ ਨਹੀਂ ਆਣੀ, ਕੋਈ ਤੁਹਾਨੂੰ ਪਰਮੇਸ਼ਰ ਨੇ ਬਰਕਤ ਨਹੀਂ ਦੇਣੀ ਹੈਗੀ। ਹਾਲੇਲੂਇਆ। ਇਹ ਪਰਮੇਸ਼ਰ ਇਹਨਾਂ ਚੀਜ਼ਾਂ ਨੂੰ ਘਿਰਨਾ ਕਰਦਾ, ਜਿਹੜੇ ਫੁੱਟ ਪਾਉਂਦੇ ਆ, ਨਫ਼ਰਤ ਕਰਦੇ ਆ, ਅਤੇ ਜਿਹੜੀ ਜੀਭ ਝੂਠ ਬੋਲਦੀ ਆ, ਅਤੇ ਹੰਕਾਰੀ ਅੱਖਾਂ ਦੇ ਨਾਲ, ਮਾਸੂਮਾਂ ਦਾ ਕਤਲ ਕਰਨ ਵਾਲੇ ਹੱਥਾਂ ਦੇ ਨਾਲ, ਦੁਸ਼ਟ ਭਰੀਆਂ ਵਿਉਂਤਾਂ ਬਣਾਉਣ ਵਾਲੇ ਮਨ ਦੇ ਨਾਲ, ਬੁਰਾਈ ਦੇ ਰਾਹ 'ਤੇ ਚੱਲਣ ਵਾਲੇ ਪੈਰ ਜਿਹੜੇ ਝੂਠੀਆਂ ਗਵਾਹੀਆਂ ਦਿੰਦੇ ਆ, ਅਤੇ ਮਿੱਤਰਾਂ ਦੇ ਵਿੱਚ ਫੁੱਟ ਪਾਉਣ ਵਾਲਾ ਕੀ ਮਨੁੱਖ ਹੈ? ਪਰਮੇਸ਼ਰ ਇਹਨਾਂ ਚੀਜ਼ਾਂ ਨੂੰ ਘਿਰਨਾ ਕਰਦਾ। ਪਰਮੇਸ਼ਰ ਸਾਨੂੰ ਮੇਲ ਮਿਲਾਪ ਦੇ ਸ਼ੁਭ ਸਮਾਚਾਰ ਦੇ ਜੁੱਤੇ, ਮੇਲ ਮਿਲਾਪ ਦੇ ਜੁੱਤੇ ਦਿੱਤੇ ਆ। ਪਰਮੇਸ਼ਰ ਸ਼ੁਭ ਸਮਾਚਾਰ ਦੇ ਜੁੱਤਿਆਂ ਦਾ ਮਤਲਬ ਕੀ ਹੈ? ਕਿ ਇੱਕ ਇਨਸਾਨ ਨੂੰ ਜਿਹੜੇ ਪਰਮੇਸ਼ਰ ਤੋਂ ਦੂਰ ਆ, ਉਹਨਾਂ ਨੂੰ ਪਰਮੇਸ਼ਰ ਦੇ ਨਾਲ ਮਿਲਾ ਦਿੰਦੇ ਆ। ਮਤਲਬ ਦੋ ਭਰਾਵਾਂ ਨੂੰ ਮਿਲਾ ਦਿੰਦੇ ਆ। ਪਰਮੇਸ਼ਰ ਜਦੋਂ ਅਸੀਂ ਦੋ ਇਨਸਾਨਾਂ ਨੂੰ ਫੁੱਟ ਪੈ ਜਾਂਦੀ ਹੈ, ਉਹਨਾਂ ਨੂੰ ਮਿਲਾਉਂਦੇ ਆ, ਅਤੇ ਪਰਮੇਸ਼ਰ ਖੁਸ਼ ਹੁੰਦਾ ਹੈ। ਸਾਨੂੰ ਮੇਲ ਮਿਲਾਪ ਕਰਨ ਦੇ ਲਈ ਪਰਮੇਸ਼ਰ ਨੇ ਭੇਜਿਆ, ਨਾ ਕਿ ਫੁੱਟ ਪਾਉਣ ਦੇ ਲਈ। ਹਾਲੇਲੂਇਆ। ਹਾਲੇਲੂਇਆ। ਅਤੇ ਅਗਰ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਹਾਂ, ਅਤੇ ਅਗਰ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ਰ ਸਾਨੂੰ ਬਰਕਤ ਦੇਵੇ, ਆਸ਼ੀਸ਼ ਦੇਵੇ, ਅਤੇ ਪਰਮੇਸ਼ਰ ਸਾਨੂੰ ਵਧਾਵੇ ਫੈਲਾਵੇ, ਤਾਂ ਇਹਨਾਂ ਵਚਨਾਂ 'ਤੇ ਸਾਨੂੰ ਚੱਲਣ ਦੀ ਜ਼ਰੂਰਤ ਹੈ। ਜਿੱਦਾਂ ਜਿੱਦਾਂ ਅਸੀਂ ਚੱਲਾਂਗੇ, ਪਰਮੇਸ਼ਰ ਸਾਨੂੰ ਬਰਕਤ ਦੇਵੇਗਾ। ਹਾਲੇਲੂਇਆ। ਸਾਡੀਆਂ ਪ੍ਰਾਰਥਨਾਵਾਂ, ਬਹੁਤ ਸਾਰਿਆਂ ਨੂੰ ਪਤਾ ਲੱਗ ਗਿਆ ਹੋਏਗਾ ਕਿ ਪ੍ਰਾਰਥਨਾ ਦੇ ਵਿੱਚ ਕੀ ਪ੍ਰੋਬਲਮ ਹੈ, ਕੀ ਸਮੱਸਿਆ ਹੈ, ਕੀ ਰੁਕਦੀਆਂ ਅਤੇ ਕਿਉਂ ਰੁਕਦੀਆਂ, ਕਾਰਨ ਕੀ ਅੱਜ ਪਤਾ ਲੱਗ ਗਿਆ ਹੋਏਗਾ। ਅਗਰ ਤੁਸੀਂ ਇਹਨਾਂ ਕੰਮਾਂ ਨੂੰ ਸਹੀ ਕਰੋਗੇ, ਇਹੋ ਜਿਹੇ ਕੰਮ ਛੱਡੋਗੇ, ਇਹ ਜਿਹੜੇ ਪਰਮੇਸ਼ਰ ਨੂੰ ਘਿਰਨਾ ਚੀਜ਼ਾਂ, ਪਰਮੇਸ਼ਰ ਜਿਹਨਾਂ ਚੀਜ਼ਾਂ ਨਾਲ ਘਿਰਨਾ ਕਰਦਾ, ਅਗਰ ਇਹਨਾਂ ਚੀਜ਼ਾਂ ਨੂੰ ਤੁਸੀਂ ਛੱਡ ਦਿਓਗੇ ਤਾਂ ਪਰਮੇਸ਼ਰ ਤੁਹਾਨੂੰ, ਮੈਂ ਕਿਹਾ ਡੈਫੀਨੇਟਲੀ ਪੱਕਾ ਬਲੈਸ ਕਰੇਗਾ। ਹਾਲੇਲੂਇਆ। ਤੁਸੀਂ ਪਰਮੇਸ਼ਰ ਵੱਲ, ਬਚਨ ਨੂੰ ਤਾਂ ਕਹਿੰਦਾ ਤੁਸੀਂ ਆਪਣੇ ਪਰਮੇਸ਼ਰ ਵੱਲ ਮੁੜੋ ਤਾਂ ਮੈਂ ਤੁਹਾਡੇ ਵੱਲ ਮੁੜੂੰਗਾ। ਅਗਰ ਤੁਸੀਂ ਇਹਨਾਂ ਕੰਮਾਂ ਨੂੰ ਕਰ ਰਹੇ ਹੋ, ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਕੰਮ ਹੈ, ਤਾਂ ਕੀ ਕਰੀਏ? ਇਹਨਾਂ ਕੰਮਾਂ ਨੂੰ ਛੱਡੀਏ ਅਤੇ ਪਰਮੇਸ਼ਰ ਦੇ ਪਿੱਛੇ ਚੱਲੀਏ। ਅਤੇ ਮੈਂ ਇੱਕ ਗੱਲ ਰਿਪੀਟ ਕਰਨਾ ਚਾਹੁੰਦਾ। ਇੱਕ ਵਚਨ ਪੜ੍ਹਿਆ ਸੀਗਾ ਅਸੀਂ, ਦੁਸ਼ਟ ਭਰੀਆਂ ਵਿਉਂਤਾਂ ਬਣਾਉਣ ਵਾਲਾ ਮਨ। ਆਪਣੇ ਮਨ ਦੀ ਸਭ ਤੋਂ ਜ਼ਿਆਦਾ ਰੱਖਿਆ ਕਰਨੀ ਹੈ ਕਿ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਵੀ ਇਹੋ ਜਿਹਾ ਕੋਈ ਵੀ ਅਗਰ ਆਉਂਦਾ ਆ ਤਾਂ ਉਸ ਨੂੰ ਡਾਂਟ ਦਈਏ, ਮਤਲਬ ਖਿਆਲ ਨੂੰ ਉਸ ਨੂੰ ਡਾਂਟ ਦਈਏ ਕਿ ਅਸੀਂ ਪਰਮੇਸ਼ਰ ਦੇ ਵਿੱਚ ਬਣੇ ਰਹੀਏ। ਹਾਲੇਲੂਇਆ। ਅਤੇ ਪ੍ਰਭੂ ਇਸ ਛੋਟੇ ਜਿਹੇ ਵਚਨ 'ਤੇ ਤੁਹਾਨੂੰ ਆਸ਼ੀਸ਼ ਦੇਵੇ। ਸਾਰਿਆਂ ਨੂੰ ਜੈ ਮਸੀਹ ਦੀ। ਪ੍ਰਭੂ ਤੁਹਾਨੂੰ ਬਰਕਤ ਦੇਵੇ। ਦੁਆ ਦੇ ਵਿੱਚ ਬਣੇ ਰਹਿਣਾ। ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਜੈ ਮਸੀਹ ਦੀ। ਗੋਡ ਬਲੈਸ।